हाँ जी बेटा, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ, ਮਾਡਰਨ ਪੀਰੀਓਡਿਕ ਟੇਬਲ ਜਿਹਨੂੰ ਬੋਲਦੇ ਆ। ਇਹ ਮੋਜ਼ਲੇ ਨੇ ਬਣਾਇਆ ਸੀਗਾ। ਸੋ ਇਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪੀਰੀਓਡਿਕ ਟੇਬਲ ਬਣਿਆ ਹੋਇਆ ਹੈ। ਸੋ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਗਰੁੱਪਸ ਦੇ ਬਾਰੇ ਚ ਦੱਸਦੀ ਹਾਂ। ਸਭ ਤੋਂ ਪਹਿਲਾ ਜਿਹੜਾ ਹੈਗਾ ਗਰੁੱਪ, ਫਰਸਟ ਗਰੁੱਪ, ਇਹਦੇ ਵਿੱਚ ਬੇਟਾ ਐਲੀਮੈਂਟਸ ਹੁੰਦੇ ਨੇ ਹਾਈਡਰੋਜਨ, ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ, ਫ੍ਰੈਂਸੀਅਮ। ਇਹ ਤੁਸੀਂ ਯਾਦ ਕਰ ਲੈਣੇ ਨੇ। ਜਿਵੇਂ ਆਪਾਂ ਕਲਾਸ 'ਚ ਕੀਤਾ ਸੀਗਾ ਹਰਲੀਨਾ ਕੀ, ਰੂਬੀਨਾ ਸੇ, ਫਰੈਂਡਸ਼ਿਪ, ਐਦਾਂ ਕਰਕੇ ਕੀਵਰਡਸ ਤੁਹਾਨੂੰ ਹਿੰਟ ਮਿਲ ਜਾਂਦਾ ਹੈ। ਪਰ ਤੁਸੀਂ ਬੇਟਾ ਐਕਚੁਅਲ ਨਾਮ ਹੀ ਯਾਦ ਕਰਨਾ ਹੈ ਤੁਹਾਨੂੰ, ਕਿਉਂਕਿ ਫਿਰ ਬਾਅਦ 'ਚ ਸਿੰਬਲ ਤੋਂ ਪਤਾ ਨਹੀਂ ਚੱਲਦਾ ਵੀ ਇਹ ਨਾਮ ਕੀ ਸੀਗਾ ਐਲੀਮੈਂਟ ਦਾ। ਸੋ ਐਲੀਮੈਂਟਸ ਕੀ ਨੇ? ਹਾਈਡਰੋਜਨ, ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ, ਫ੍ਰੈਂਸੀਅਮ। ਸੋ ਇਹ ਹੈਗੇ ਨੇ ਗਰੁੱਪ 1 ਦੇ ਐਲੀਮੈਂਟਸ। ਗਰੁੱਪ 1 ਦੀ ਕੀ ਖਾਸ ਪਹਿਚਾਣ ਹੈ? ਇਹਨਾਂ ਦੀ ਜਿਹੜੀ ਲਾਸਟ ਸ਼ੈਲ ਹੈ ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ? 1। ਸੋ ਇਹਦਾ ਆਪਾਂ ਜਨਰਲ ਕਨਫੀਗਰੇਸ਼ਨ ਲਿਖ ਸਕਦੇ ਹਾਂ NS1। ਗਰੁੱਪ 1 ਦੀ ਲਾਸਟ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਹੀ ਹੁੰਦਾ ਹੈ s ਆਰਬਿਟਲ ਦੇ ਵਿੱਚ। ਸੋ ਇਹਦੀ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਗੀ NS1। ਔਰ ਜਿਹੜਾ ਗਰੁੱਪ 2 ਹੈ ਇਹਦੀ ਹੁੰਦੀ ਹੈ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ NS2। ਠੀਕ ਹੈ। ਸੋ ਗਰੁੱਪ 2 ਦੇ ਐਲੀਮੈਂਟਸ ਦੇਖ ਲਓ, beryllium, magnesium, calcium, strontium, barium, radium. So these are the elements of group 2. So group 1 and 2 together, they are called S block. ਇਹਨੂੰ ਕੀ ਬੋਲਦੇ ਅਸੀਂ? S block. ਗਰੁੱਪ 1 and 2 ਨੂੰ ਮਿਲਾ ਕੇ S block ਬੋਲਿਆ ਜਾਂਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਆ ਸਾਰਾ ਜਿਹੜਾ ਹੈਗਾ ਇਹ S block ਹੈ, ਤੇ S block ਦੀ ਜਿਹੜੀ ਜਨਰਲ ਕਨਫੀਗਰੇਸ਼ਨ ਹੋਗੀ ਉਹ ਕੀ ਹੋਗੀ? NS1 to 2। So this is S block, जनरल कॉन्फ़िगरेशन होगी NS1 to 2। ठीक है जी। नेक्स्ट ਅਸੀਂ ਚੱਲਦੇ हैं P block पे। सो बेटा ਤੁਸੀਂ ਦੇਖ ਸਕਦੇ ਹੋ, ਮੈਂ ਥੋੜਾ ਜਿਹਾ ਜ਼ੂਮ ਕਰਤਾ। P block ਐਲੀਮੈਂਟਸ ਇਹਦੇ ਵਿੱਚ ਬੇਟਾ ਗਰੁੱਪ ਕਿਹੜਾ ਸ਼ੁਰੂ ਹੋ ਜਾਂਦਾ ਹੈ? 12 ਤੱਕ ਤਾਂ D ਹੈ। ਸੋ 3 to 12 D ਹੈ। ਇਹ ਨਹੀਂ ਅਸੀਂ ਗੱਲ ਕਰ ਰਹੇ, ਹਲੇ ਅਸੀਂ ਗੱਲ ਕਰ ਰਹੇ ਹਾਂ ਸਿਰਫ ਇਹਦੀ। ਗਰੁੱਪ 13, this one, 14 carbon family, 15 nitrogen family, 16 oxygen family, 17 ਹੈਲੋਜਨ ਫੈਮਿਲੀ ਤੇ 18 ਨੋਬਲ ਗੈਸਸ। ਆਪਾਂ ਹੁਣ ਇਹਦੀ ਗੱਲ ਕਰ ਰਹੇ ਹਾਂ। ਇਹਨਾਂ ਸਾਰਿਆਂ ਨੂੰ ਬੋਲਿਆ ਜਾਂਦਾ ਹੈ P ਬਲੌਕ। ਸੋ ਗਰੁੱਪ ਕਿੰਨੇ ਤੋਂ ਕਿੰਨਾ ਹੋ ਗਿਆ? ਗਰੁੱਪ ਹੋ ਗਿਆ 13 to 18। ਇਹਨੂੰ ਅਸੀਂ ਕੀ ਬੋਲਦੇ ਹਾਂ? P ਬਲੌਕ। ਸੋ P ਬਲੌਕ ਕਿਉਂ ਬੋਲਿਆ ਜਾਂਦਾ ਹੈ? ਕਿਉਂਕਿ ਇਹਨਾਂ ਸਾਰਿਆਂ ਦਾ ਜਿਹੜਾ ਲਾਸਟ ਇਲੈਕਟ੍ਰੋਨ ਹੈ ਇਟ ਐਂਟਰਸ P ਆਰਬਿਟਲ। ਸੋ ਜਿਵੇਂ ਕਿ ਬੋਰੋਨ ਹੈ, ਬੋਰੋਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ? 5। ਸੋ ਬੋਰੋਨ ਦਾ 5 ਐਸਾ ਅਸੀਂ ਕੀ ਲਿਖਾਂਗੇ ਕਨਫੀਗਰੇਸ਼ਨ? 1s2, 2s2, 2p1। ਸੋ ਬੋਰੋਨ ਚ 2p1 ਆ ਗਿਆ, ਕਾਰਬਨ ਚ 2p2, ਨਾਈਟ੍ਰੋਜਨ 2p3, ਆਕਸੀਜਨ 2p4, ਫਲੋਰੀਨ 2p5, ਨਿਓਨ 2p6। ਸੋ p ਦੇ ਵਿੱਚ ਮੈਕਸਿਮਮ 6 ਹੀ ਆ ਸਕਦੇ ਨੇ। ਸੋ ਇੱਥੇ ਤੱਕ ਬੋਰੋਨ ਤੋਂ ਲੈ ਕੇ ਨਿਓਨ ਤੱਕ ਜਿਹੜੀ ਹੈ p ਆਰਬਿਟਲ ਕੰਪਲੀਟ ਹੋ ਜਾਂਦੀ ਹੈ, p6 ਹੋ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਲਾਸਟ ਇਲੈਕਟ੍ਰੋਨ it enters p orbital, so that's why these are called p block elements। ਕਿਹੜਾ ਕਿਹੜਾ ਹੋ ਗਿਆ? group 13 to group 18। I hope it is clear to all of you। so ਉਸ ਤੋਂ ਬਾਅਦ ਬੇਟਾ ਆ ਗਿਆ ਆ, ਤੁਸੀਂ ਪੀਰੀਅਡ ਟੇਬਲ ਨੂੰ ਮੈਂ ਜ਼ੂਮ ਆਊਟ ਕਰ ਦਿੰਦੀ ਹੈ। ਹੁਣ S ਬਲੌਕ ਔਰ P ਬਲੌਕ ਦੇ ਵਿਚਕਾਰ ਆ ਸਾਰਾ S ਬਲੌਕ ਹੈ, ਆ P ਬਲੌਕ ਹੈ। ਇਹਦੇ ਵਿੱਚ ਜਿਹੜਾ ਆ ਬਚੇ ਨੇ ਆ ਸਾਰੇ ਐਲੀਮੈਂਟਸ, ਇਹ ਜਿਹੜੇ 10 ਐਲੀਮੈਂਟਸ ਨੇ ਇਹਨੂੰ ਅਸੀਂ ਬੋਲਦੇ ਹਾਂ D ਬਲੌਕ। ਕੀ ਬੋਲਦੇ ਇਹਨੂੰ? D ਬਲੌਕ। ਇਹਦੇ ਵਿੱਚ ਕਿਹੜੇ ਗਰੁੱਪ ਤੋਂ ਸ਼ੁਰੂ ਹੋ ਗਿਆ? 1 2 ਨੂੰ ਛੱਡ ਦੋ, 3 3 4 5 6 7 8 9 10 11 12 13 12 ਤੱਕ। ਸੋ 13 ਤੋਂ P ਬਲੌਕ ਸ਼ੁਰੂ ਹੋ ਜਾਊਗਾ। ਸੋ ਆ ਜਿਹੜੇ ਨੇ 3 to 12, 3 to 12 ਇਹਦੇ ਵਿੱਚ ਜਿਹੜੇ ਨੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਦਿਸ ਆ ਸਾਰੀ ਸੀਰੀਜ਼ ਇਹਨਾਂ ਨੂੰ ਬੋਲਦੇ ਹਾਂ ਅਸੀਂ D ਬਲੌਕ ਐਲੀਮੈਂਟਸ। D ਬਲੌਕ ਐਲੀਮੈਂਟਸ ਕਿਉਂ ਬੋਲਿਆ ਜਾਂਦਾ? ਕਿਉਂਕਿ ਲਾਸਟ ਇਲੈਕਟ੍ਰੋਨ ਜਿਹੜਾ ਹੈ ਉਹ D ਆਰਬਿਟਲ ਦੇ ਵਿੱਚ ਜਾਂਦਾ ਹੈ। ठीक है। सो स्कैंडियम 21, 4s2 3d1, टाइटेनियम 22, 4s2 3d2 एंड सो ऑन करते करते जिंक ते 3d10 भर जाता है। सो सारे ਜਿਹੜੇ ਨੇ ਇਹ 10 ਦੇ 10 ਜਿਹੜੇ ਐਲੀਮੈਂਟਸ ਨੇ ਇਹਨਾਂ ਚ ਇਲੈਕਟ੍ਰੋਨ D ਚ ਜਾ ਰਹੇ, ਇਸ ਕਰਕੇ ਇਹਨੂੰ ਬੋਲਿਆ ਜਾਂਦਾ D ਬਲੌਕ ਐਲੀਮੈਂਟਸ। ਸੋ D ਬਲੌਕ ਐਲੀਮੈਂਟ ਬੇਟਾ ਇਹ S ਬਲੌਕ ਔਰ P ਬਲੌਕ ਦੇ ਵਿਚਕਾਰ ਹੁੰਦਾ ਹੈ। S ਚ ਸਾਰੇ ਹੁੰਦੇ ਨੇ ਮੈਟਲਸ ਤੇ P ਦੇ ਵਿੱਚ ਨॉन ਮੈਟਲ ਮੈਟਲ ਦੋਨੋਂ ਨੇ, ਪਰ ਮੋਸਟਲੀ ਕੀ ਹੋ ਗਿਆ ਇਸ ਚ ਨॉन ਮੈਟਲਸ। ਸੋ ਇਹ ਮੈਟਲਸ ਔਰ ਨॉन ਮੈਟਲਸ ਦੇ ਵਿਚਕਾਰ ਆਉਂਦਾ ਇਹ ਵਾਲਾ, ਤਾਂ ਇਸ ਨੂੰ ਅਸੀਂ ਬੋਲਦੇ ਹਾਂ ਟ੍ਰਾਂਜੀਸ਼ਨ ਐਲੀਮੈਂਟਸ। ਕੀ ਬੋਲਦੇ हैं? ट्रांजिशन एलिमेंट्स। ट्रांजिशन मीन्स बदलाव। दे रिप्रेजेंट चेंज। कितों? फ्रॉम मेटल टू
ਨੋਨ ਮੈਟਲ। ਸੋ ਮੈਟਲ ਤੋਂ ਨੋਨ ਮੈਟਲ ਤੱਕ ਜਾਂਦੇ ਆ ਤਾਂ ਰਸਤੇ ਦੇ ਵਿੱਚ ਆ ਸਾਰੇ ਆਉਂਦੇ ਨੇ। ਸੋ ਇਹ ਇਸ ਕਰਕੇ ਇਹਨਾਂ ਨੂੰ ਬੋਲਿਆ ਜਾਂਦਾ ਹੈ ਟ੍ਰਾਂਜੀਸ਼ਨ ਐਲੀਮੈਂਟਸ। ਤੇ ਨੈਕਸਟ ਜਿਹੜਾ ਹੈਗਾ ਲਾਸਟ ਜਿਹੜਾ ਸਾਡਾ ਗਰੁੱਪ ਹੈ ਦੈਟ ਇਜ਼ ਐਫ ਬਲੌਕ। ਐਫ ਬਲੌਕ ਸੋ ਇਹਨੂੰ ਬੋਲਿਆ ਜਾਂਦਾ ਜੀ ਐਫ ਬਲੌਕ। ਇਹ ਲਾਸਟ ਦੇ ਵਿੱਚ ਅਲੱਗ ਤੋਂ ਰੱਖੇ ਹੋਏ ਨੇ ਬੇਸਿਕਲੀ ਲੈਂਥੇਨਮ ਤੋਂ ਬਾਅਦ ਔਰ ਇੱਧਰ ਜਿਹੜਾ ਹੈਗਾ ਐਕਟੀਨੀਅਮ ਤੋਂ ਬਾਅਦ। ਇੱਥੇ ਜਿਹੜੇ ਨੇ ਇੱਕੋ ਬਲੌਕ 'ਚ 14 ਐਲੀਮੈਂਟਸ ਆ ਨਹੀਂ ਸੀ ਸਕਦੇ ਤਾਂ ਉਹਨਾਂ ਨੂੰ ਆਪਾਂ ਨੀਚੇ ਸੈਪਰੇਟ ਲਾਈਨ ਦੇ ਵਿੱਚ ਰੱਖਿਆ ਗਿਆ। ਸੋ ਇਹਨਾਂ ਨੂੰ ਐਫ ਬਲੌਕ ਐਲੀਮੈਂਟਸ ਕਿਉਂ ਬੋਲਿਆ ਜਾਂਦਾ ਹੈ ਕਿਉਂਕਿ ਇਹਨਾਂ ਦਾ ਲਾਸਟ ਇਲੈਕਟ੍ਰੋਨ ਜਿਹੜਾ ਹੈਗਾ ਇਟ ਐਂਟਰਸ ਐਫ ਆਰਬਿਟਲ। ਐਫ ਦੇ ਵਿੱਚ ਜਾਂਦਾ ਇਸ ਕਰਕੇ ਇਹਨੂੰ ਕੀ ਬੋਲਿਆ ਜਾਂਦਾ ਹੈ ਐਫ ਬਲੌਕ ਐਲੀਮੈਂਟਸ। ਠੀਕ ਹੈ। ਸੋ ਇਹਦੇ ਵਿੱਚ ਜਿਹੜੀ ਉੱਪਰ ਵਾਲੀ ਸੀਰੀਜ਼ ਹੈ ਲੈਂਥੇਨਮ ਤੋਂ ਅੱਗੇ ਸਾਰੇ ਹੁੰਦੇ ਨੇ ਲੈਂਥੇਨੋਇਡਸ, ਇਹ 14 ਐਲੀਮੈਂਟਸ ਨੇ। ਐਕਟੀਨੀਅਮ ਤੋਂ ਅਗਲੇ ਸਾਰੇ ਕੀ ਹੁੰਦੇ ਨੇ ਐਕਟੀਨੋਇਡਸ, ਇਹ ਵੀ 14 ਐਲੀਮੈਂਟਸ ਨੇ। ਸੋ ਇਹ ਹੈਗੇ ਲੈਂਥੇਨੋਇਡਸ ਐਂਡ ਐਕਟੀਨੋਇਡਸ, ਇਹਨਾਂ ਨੂੰ ਅਸੀਂ ਬੋਲਦੇ ਹਾਂ ਐਫ ਬਲੌਕ ਐਲੀਮੈਂਟਸ। ਠੀਕ ਹੈ ਜੀ। ਸੋ ਦੁਬਾਰਾ ਦੇਖ ਲਓ, ਸਭ ਤੋਂ ਪਹਿਲਾਂ ਜਿਹੜਾ ਗਰੁੱਪ 1 ਐਂਡ 2 ਇਹ ਹੋ ਗਏ ਐਸ ਬਲੌਕ। ਫਿਰ ਇਧਰੋਂ ਜੀ ਐਕਸਟ੍ਰੀਮ ਰਾਈਟ ਸਾਈਡ ਤੇ ਚਲੇ ਜਾਓ, ਇੱਥੇ ਹੈਗਾ ਗਰੁੱਪ 13 ਟੂ ਗਰੁੱਪ 18। 13 ਟੂ 18 ਇਹ ਸਾਰਾ ਕੀ ਹੋ ਗਿਆ ਪੀ ਬਲੌਕ। ਤੇ ਆ ਜਿਹੜਾ ਹੈਗਾ ਆ ਵਾਲਾ 12 ਤੱਕ, 3 ਤੋਂ ਲੈ ਕੇ 12 ਤੱਕ, ਇਹਨੂੰ ਅਸੀਂ ਕੀ ਬੋਲਦੇ ਹਾਂ ਡੀ ਬਲੌਕ। ਤੇ ਆ ਲਾਸਟ ਵਾਲਾ ਜਿਹੜਾ ਹੈਗਾ ਨੀਚੇ ਇਹ ਸਾਰੀ ਕਿੰਨੇ ਨੇ 14 ਐਲੀਮੈਂਟਸ, ਇਹਨੂੰ ਅਸੀਂ ਬੋਲਦੇ ਹਾਂ ਐਫ ਬਲੌਕ ਐਲੀਮੈਂਟਸ। ਸੋ ਇਹ ਸੀਗਾ ਥੋੜਾ ਜਿਹਾ ਮੋਟਾ ਆਈਡੀਆ ਤੁਹਾਨੂੰ ਬਲੌਕਸ ਦੇ ਬਾਰੇ ਚ ਦੱਸਿਆ ਗਿਆ। ਤੇ ਇਹਦੇ ਵਿੱਚ ਨਾਲ ਹੀ ਮੈਂ ਤੁਹਾਨੂੰ ਇਹਦੇ ਵਿੱਚ ਗਰੁੱਪਸ ਐਂਡ ਪੀਰੀਅਡਸ ਵੀ ਦੱਸਣਾ ਚਾਹੁੰਦੀ ਹਾਂ। ਬੇਟੇ ਜਿਹੜੇ ਵਰਟੀਕਲ ਕਾਲਮਸ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਗਰੁੱਪਸ। ਵਰਟੀਕਲ ਕਾਲਮ ਮੀਨਸ ਜਿਹੜੇ ਇਸ ਤਰ੍ਹਾਂ ਸਿੱਧੇ ਨੀਚੇ ਨੂੰ ਜਾ ਰਹੀਆਂ ਨੇ ਲਾਈਨਾਂ, ਇਹ ਸਾਰੇ ਕੀ ਹੋ ਗਏ ਗਰੁੱਪਸ। ਆ ਸਾਰੇ ਗਰੁੱਪਸ ਨੇ। ਸੋ ਐਸ ਬਲੌਕ 'ਚ ਕਿੰਨੇ ਗਰੁੱਪਸ ਹੋ ਗਏ 1 ਐਂਡ 2। ਗਰੁੱਪ 1 ਗਰੁੱਪ 2। ਗਰੁੱਪ 1 ਨੂੰ ਬੋਲਦੇ ਹਾਂ ਐਲਕਲੀ ਮੈਟਲਸ, ਗਰੁੱਪ 2 ਨੂੰ ਅਸੀਂ ਬੋਲਦੇ ਹਾਂ ਐਲਕਲਾਈਨ ਅਰਥ ਮੈਟਲਸ। ਹੈਗੇ ਦੋਨੋਂ ਹੀ ਐਲਕਲੀਜ਼ ਬਣਾਉਂਦੇ ਨੇ। ਇਹਨਾਂ ਦੀ ਜਿਹੜੀ ਆਕਸਾਈਡਸ ਨੇ ਜਦੋਂ ਉਹਨਾਂ ਨੂੰ ਪਾਣੀ 'ਚ ਘੋਲਦੇ ਆ ਤਾਂ ਸੋਲਿਊਸ਼ਨ ਜਿਹੜਾ ਹੁੰਦਾ ਐਲਕਲਾਈਨ ਹੁੰਦਾ ਬੇਸਿਕ। ਸੋ ਹੁਣ ਦੋਨਾਂ ਦਾ ਸੇਮ ਨਾਮ ਤਾਂ ਰੱਖ ਨਹੀਂ ਸਕਦੇ ਤਾਂ ਉਹਨਾਂ ਨੇ ਗਰੁੱਪ 1 ਨੂੰ ਐਲਕਲੀ ਮੈਟਲਸ ਬੋਲਤਾ ਤਾਂ ਗਰੁੱਪ 2 ਨੂੰ ਅਸੀਂ ਕੀ ਬੋਲਦੇ ਹਾਂ ਐਲਕਲਾਈਨ ਅਰਥ ਮੈਟਲਸ। ਕਿਉਂਕਿ ਇਹ ਬੇਟਾ ਸਾਰੇ ਕਿੱਥੇ ਮਿਲਦੇ ਨੇ ਤੁਸੀਂ ਦੇਖੋ ਐਲੀਮੈਂਟਸ ਕਿਹੜੇ ਨੇ ਮੈਗਨੀਸ਼ੀਅਮ ਕੈਲਸ਼ੀਅਮ ਇਹ ਕੀ ਹੁੰਦੇ ਨੇ ਮਿੱਟੀ 'ਚ ਮਿਲਦੇ ਨੇ ਇਹ ਸਾਰੇ ਐਲੀਮੈਂਟਸ। ਸੋ ਗਰੁੱਪ 1 ਹਾਈਡਰੋਜਨ, ਹਾਈਡਰੋਜਨ ਐਕਸੈਪਸ਼ਨਲ ਹੈ ਇਹ ਗੈਸ ਹੈ ਇਹਨੂੰ ਛੱਡ ਦੋ। ਲੀਥੀਅਮ ਸੋਡੀਅਮ ਪੋਟੈਸ਼ੀਅਮ ਰੂਬੀਡੀਅਮ ਸੀਜ਼ੀਅਮ ਫ੍ਰੈਂਸੀਅਮ ਇਹ ਸਾਰੇ ਐਲਕਲੀਜ਼ ਬਣਾਉਂਦੇ ਨੇ ਬੇਟਾ। ਠੀਕ ਹੈ। ਇਹ ਸੀ ਵਾਟਰ 'ਚ ਮਿਲਦੇ ਨੇ। ਗਰੁੱਪ 2 ਜਿਹੜਾ ਹੈਗਾ ਇਹ ਸਾਰੇ ਇਹ ਵੀ ਐਲਕਲਾਈਨ ਸੋਲੂਸ਼ਨ ਬਣਦਾ ਇਹਨਾਂ ਦੀ ਆਕਸਾਈਡਸ ਨੂੰ ਜਦੋਂ ਪਾਣੀ 'ਚ ਪਾ ਦੋ ਤਾਂ ਐਲਕਲੀ ਬਣਦੀ ਹੈ ਬਟ ਦੇ ਆਰ ਫਾਊਂਡ ਇਨ ਅਰਥ ਕਰਸਟ। ਸੋ ਔਰ ਹੁੰਦਾ ਇਹਨਾਂ ਦਾ ਸੋਲੂਸ਼ਨ ਕੀ ਹੈ ਬੇਸਿਕ। ਸੋ ਇਹਨਾਂ ਨੂੰ ਬੋਲਦੇ ਆ ਐਲਕਲਾਈਨ ਅਰਥ ਮੈਟਲਸ। ਫਿਰ ਇਸ ਪਾਸੇ ਚਲੋ ਜੀ ਪੀ ਬਲੌਕ ਤੇ। ਪੀ ਬਲੌਕ ਤੇ ਫੋਕਸ ਕਰੋ। ਇਹਦੇ ਵਿੱਚ ਕਿੰਨੇ ਗਰੁੱਪਸ ਹੋ ਗਏ ਬੋਰੋਨ ਫੈਮਿਲੀ, ਕਾਰਬਨ ਫੈਮਿਲੀ, ਨਾਈਟ੍ਰੋਜਨ ਫੈਮਿਲੀ, ਆਕਸੀਜਨ ਫੈਮਿਲੀ, ਹੈਲੋਜਨ ਫੈਮਿਲੀ एंड नोबल गैसेस। लास्ट की है नोबल गैसेस हीलियम नियॉन आर्गन क्रिप्टॉन जीनॉन रेडॉन ये की है जी नोबल गैसेस। सो आ सारे ग्रुप्स ने वर्टिकल कॉलम्स के हो गए ग्रुप्स। आप गल कर रहे हैं बोरोन फैमिली एक ग्रुप, सैकेंड कार्बन, थर्ड नाइट्रोजन, ऑक्सीजन, फ्लोरीन, नियॉन ये सारे ਜਿਹੜੇ ਨੇ ग्रुप्स ने। किन्ने ग्रुप्स हो गए इस पासे 6 हो गए क्योंकि बेटा पी ऑर्बिटल ਦੇ ਵਿੱਚ मैक्सिमम किन्ने इलेक्ट्रॉन आਉਂਦੇ ਨੇ 6 ਆਉਂਦੇ ਨੇ। सो ਇੱਥੇ ਜਿਹੜੀ ਹੈ p ਪੂਰੀ ਭਰ ਜਾਂਦੀ ਹੈ। ਸੋ ਇਸ ਕਰਕੇ ਜਿਹੜਾ p ਬਲੌਕ ਹੈ ਉਹਦੇ ਵਿੱਚ ਕਿੰਨੇ ਐਲੀਮੈਂਟਸ ਆਉਂਦੇ ਨੇ 6। ਓਕੇ। ਫਿਰ ਆਪਾਂ ਚੱਲਦੇ ਹਾਂ ਡੀ ਬਲੌਕ ਤੇ। ਹੁਣ ਮੈਂ ਡੀ ਨੂੰ ਜ਼ੂਮ ਕਰੂੰਗੀ। ਯੈਸ ਡੀ ਬਲੌਕ ਤੇ ਧਿਆਨ ਦਿਓ। ਸੋ ਇਹਦੇ ਵਿੱਚ ਬੇਟਾ ਕਿਉਂਕਿ ਡੀ ਆਰਬਿਟਲ 'ਚ ਇਲੈਕਟ੍ਰੋਨ ਜਾ ਰਹੇ ਨੇ ਔਰ ਡੀ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨੇ ਇਲੈਕਟ੍ਰੋਨ ਆਉਂਦੇ ਨੇ 1 to 10 ਮੈਕਸਿਮਮ ਕਿੰਨੇ ਇਲੈਕਟ੍ਰੋਨ ਆਉਂਦੇ ਨੇ 10। ਸੋ ਇਸ ਕਰਕੇ ਡੀ ਬਲੌਕ ਦੇ ਵਿੱਚ ਐਲੀਮੈਂਟ ਦੀ ਗਿਣਤੀ ਵੀ ਕਿੰਨੀ ਹੈ 10। ਸੋ ਆ ਕਾਲਮ ਜਿਹੜੇ ਸਕੈਂਡੀਅਮ ਹੈ ਜਿਵੇਂ 21, ਟਾਈਟੇਨੀਅਮ 22, ਵੈਨੇਡੀਅਮ 23 ਇਹ ਸਾਰੇ ਚ ਡੀ ਚ ਇਲੈਕਟ੍ਰੋਨ ਜਾਂਦੇ ਨੇ। ਕ੍ਰੋਮੀਅਮ, ਮੈਂਗਨੀਜ਼, ਆਇਰਨ, ਕੋਬਾਲਟ, ਨਿਕਲ, ਕਾਪਰ, ਜ਼ਿੰਕ ਇਹ ਸਾਰੇ ਵਰਟੀਕਲ ਕਾਲਮਸ ਨੂੰ ਤੁਸੀਂ ਦੇਖੋ ਤਾਂ ਕਿੰਨੇ ਨੇ ਇਹ ਗਰੁੱਪਸ 10 ਗਰੁੱਪਸ ਨੇ। ਸੋ ਐਸ ਬਲੌਕ ਦੇ ਵਿੱਚ ਕਿੰਨੇ ਗਰੁੱਪਸ ਹੋ ਗਏ 2। ਪੀ ਬਲੌਕ ਦੇ ਵਿੱਚ ਕਿੰਨੇ ਹੋ ਗਏ ਇੱਧਰ 2 ਹੋ ਗਏ। ਪੀ ਬਲੌਕ ਦੇ ਵਿੱਚ ਹੋ ਗਏ 6 ਤੇ ਸੈਂਟਰ 'ਚ ਕਿੰਨੇ ਹੋ ਗਏ 10। ਸੋ ਟੋਟਲ ਜਿਹੜੇ ਨੇ ਗਰੁੱਪਸ ਟੋਟਲ ਗਰੁੱਪਸ ਕਿੰਨੇ ਹੋ ਗਏ 2 + 6 + 10 ਕਿੰਨੇ ਹੋ ਗਏ 18। ਸੋ देयर आर 18 ਗਰੁੱਪਸ ਇਨ ਦਾ ਪੀਰੀਓਡਿਕ ਟੇਬਲ। ਤੇ ਪੀਰੀਅਡਸ ਦੀ ਵੀ ਗੱਲ ਕਰ ਲਓ। ਜਿਹੜੀ ਪੀਰੀਅਡ ਹੁੰਦਾ ਉਹ ਕੀ ਹੁੰਦਾ ਹੌਰੀਜ਼ੌਨਟਲ ਰੋਜ਼ ਇਸ ਤਰ੍ਹਾਂ ਕਰਕੇ ਹੌਰੀਜ਼ੌਨਟਲ ਲੇਟਵੀਆਂ ਰੇਖਾਵਾਂ ਜਿਹਨੂੰ ਬੋਲਦੇ ਨੇ ਇਸ ਤਰ੍ਹਾਂ। ਇਹ ਜਿਹੜੀਆਂ ਹੌਰੀਜ਼ੌਨਟਲ ਰੋਜ਼ ਨੇ ਹੁਣ ਤੁਸੀਂ ਗਿਣ ਲਓ ਮੈਂ ਕਿੰਨੀਆਂ ਬਣਾਈਆਂ ਨੇ 1 2 3 4 4 ਬਣਾਤੀਆਂ 5 6 7। ਆ ਜਿਹੜੇ ਨੇ ਨੀਚੇ ਅਲੱਗ ਤੋਂ ਨਹੀਂ ਹੈ ਉਹ ਇਹ ਇਹਨਾਂ ਦੇ ਵਿੱਚੋਂ ਹੀ ਗਏ ਹੋਏ ਨੇ ਇਸ ਕਰਕੇ। ਸੋ देयर आर ਹਾਊ ਮੈਨੀ ਪੀਰੀਅਡਸ 7 ਪੀਰੀਅਡਸ ਇਨ ਦਾ ਪੀਰੀਓਡਿਕ ਟੇਬਲ। ਸੋ ਇਹ ਸੀ ਬੇਟਾ ਮੋਟੀ ਆਊਟਲਾਈਨ ਮੈਂ ਤੁਹਾਨੂੰ ਦਿੱਤੀ ਹੈ
ਰਿਗਾਰਡਿੰਗ ਮਾਡਰਨ ਪੀਰੀਓਡਿਕ ਟੇਬਲ ਵਿਚ ਵਾਸ ਗਿਵਨ ਬਾय ਮੋਜ਼ਲੇ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੈ ਪੀਰੀਓਡਿਕ ਟੇਬਲ ਦੇ ਵਿੱਚ ਗਰੁੱਪਸ ਕੀ ਹੁੰਦੇ ਨੇ, ਪੀਰੀਅਡਸ ਕੀ ਹੁੰਦੇ ਨੇ ਤੇ ਬਲੌਕਸ ਕਿਵੇਂ ਆਪਾਂ ਕਲਾਸੀਫਾਈ ਕੀਤੇ ਹੋਏ ਨੇ, ਐਸ ਪੀ ਡੀ ਐਂਡ ਐਫ ਬਲੌਕ। ਸੋ ਬਾਕੀ ਅਸੀਂ ਬੇਟਾ ਨੈਕਸਟ ਟੌਪਿਕ ਨੈਕਸਟ ਵੀਡੀਓ 'ਚ ਪੜ੍ਹਾਂਗੇ। ਥੈਂਕ ਯੂ ਫॉर ਵਾਚਿੰਗ।